ਪਿਆਰੇ ਦੋਸਤੋ, ਕਾਵਿ ਬਾਰੇ ਤਾਂ ਆਪਾਂ ਅਕਸਰ ਗੱਲਬਾਤ ਕਰਦੇ ਰਹਿੰਦੇ ਹਾਂ, ਪਰ ਅੱਜ ਆਪਾਂ ਕਾਵਿ ਸਿਧਾਂਤ ਬਾਰੇ ਗੱਲ ਕਰਨੀ ਹੈ। ਅਸਲ ਦੇ ਵਿੱਚ ਤਾਂ ਜਦੋਂ ਕਵਿਤਾ ਨੂੰ ਮਾਨਣਾ ਹੁੰਦਾ ਹੈ, ਉਸ ਸਮੇਂ ਸਾਡੇ ਮਨ ਵਿੱਚ ਕੋਈ ਸਿਧਾਂਤ ਨਹੀਂ ਹੁੰਦੇ। ਕਵਿਤਾ ਆਪਣੇ ਕਲਾਤਮਕ ਜ਼ੋਰ ਨਾਲ, ਆਪਣੇ ਸੋਝ ਨਾਲ ਸਾਨੂੰ ਵਹਾ ਕੇ ਲੈ ਜਾਂਦੀ ਹੈ ਅਤੇ ਅਸੀਂ ਉਹਦਾ ਆਨੰਦ ਮਾਣਦੇ ਹਾਂ। ਪਰ ਜੇ ਸਾਨੂੰ ਕੋਈ ਪੁੱਛੇ ਕਿ ਭਾਈ ਇਹ ਕਵਿਤਾ ਤੁਹਾਨੂੰ ਕਿਉਂ ਚੰਗੀ ਲੱਗੀ, ਇਹਦੇ ਵਿੱਚ ਕੀ ਵਧੀਆ ਗੱਲ ਆ, ਤਾਂ ਅਸੀਂ ਵੱਧ ਤੋਂ ਵੱਧ ਇਹ ਕਹਿੰਦੇ ਆ ਕਿ ਇਹ ਸਾਨੂੰ ਖੁਸ਼ ਕਰਤਾ, ਇਹਨੇ ਸਾਡੇ ਮਨਾਂ ਨੂੰ ਫੜ ਲਿਆ। ਪਰ ਜੇ ਵਧੇਰੇ ਕੋਈ ਜ਼ੋਰ ਦੇਵੇ ਕਿ ਕਿਹੜੀ ਕਵਿਤਾ ਕਿਉਂ ਤੁਹਾਨੂੰ ਚੰਗੀ ਲੱਗਦੀ ਆ, ਇਹਦਾ ਉੱਤਰ ਦਿਓ, ਤਾਂ ਸਾਡੇ ਕੋਲੇ ਕੋਈ ਬਹੁਤਾ ਸਪਸ਼ਟ ਉੱਤਰ ਨਹੀਂ ਹੁੰਦਾ। ਪਰ ਜਿਹੜੇ ਸਾਹਿਤ ਦੇ ਆਚਾਰੀਆ ਨੇ, ਜਿਹੜੇ ਸਾਹਿਤ ਦੇ ਵਿਦਵਾਨ ਨੇ, ਜਿਹੜੇ ਸਾਹਿਤ ਵਿਗਿਆਨੀ ਆ, ਉਹ ਨਿਰੰਤਰ ਖੋਜ ਕਰਦੇ ਰਹਿੰਦੇ ਆ ਕਿ ਇਸ ਵਿੱਚ ਕਵਿਤਾ ਦੇ ਵਿੱਚ ਅਜਿਹੀ ਕਿਹੜੀ ਚੀਜ਼ ਹੁੰਦੀ ਆ ਜਿਹੜੀ ਉਸ ਨੂੰ ਮਹੱਤਵਪੂਰਨ ਬਣਾਉਂਦੀ ਆ। ਪੂਰਬ ਦੇ ਵਿੱਚ, ਭਾਰਤ ਦੇ ਵਿੱਚ ਇੱਕ ਲੰਮੀ ਸੰਸਕ੍ਰਿਤ ਆਚਾਰੀਆਂ ਦੀ ਪਰੰਪਰਾ ਹੈ, ਜਿਨ੍ਹਾਂ ਨੇ ਲਗਾਤਾਰ ਇਸ ਵਿਸ਼ੇ 'ਤੇ ਕੰਮ ਕੀਤਾ। ਉਸ ਸੰਬੰਧੀ ਸਾਡੇ ਕੋਲੇ ਸੰਪਰਦਾਵਾਂ ਨੇ, ਸਕੂਲ ਨੇ, ਉਹਨਾਂ ਦੇ ਨਿਰੰਤਰ ਗ੍ਰੰਥ ਰਚੇ ਗਏ। ਇਸੇ ਤਰ੍ਹਾਂ ਹੀ ਪੱਛਮ ਦੇ ਵਿੱਚ ਵੀ ਇਹ ਪਰੰਪਰਾ ਬੜੀ ਲੰਮੀ ਹੈ। ਉੱਥੇ ਵੀ ਅਰਸਤੂ ਤੋਂ ਲੈ ਕੇ, ਸਕਰਾਤ ਤੋਂ ਲੈ ਕੇ, ਪਲਾਟੋ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਾਵਿ ਚਿੰਤਨ ਹੁੰਦਾ ਆ ਰਿਹਾ, ਜਿਹੜਾ ਇਸ ਗੱਲ ਦੀ ਥਾਹ ਪਾਉਣੀ ਚਾਹੁੰਦਾ ਹੈ ਕਿ ਆਖਰ ਕੋਈ ਰਚਨਾ ਸਾਨੂੰ ਚੰਗੀ ਕਿਉਂ ਲੱਗਦੀ ਹੈ। ਇਸ ਸੰਬੰਧੀ, ਕਿਉਂਕਿ ਅਸੀਂ ਕਵਿਤਾ ਦੇ ਵਿਦਿਆਰਥੀ ਹਾਂ, ਕਵਿਤਾ ਨੂੰ ਪੜ੍ਹਦੇ ਮੰਨਦੇ ਹਾਂ, ਸਾਨੂੰ ਵੀ ਇਹ ਜਾਣਨਾ ਚਾਹੀਦਾ ਕਿ ਕਵਿਤਾ ਦੇ ਕਿਹੜੇ ਕਿਹੜੇ ਸਿਧਾਂਤ ਨੇ। ਇਸ ਦੇ ਲਈ ਅੱਜ ਤੋਂ ਆਪਾਂ ਇੱਕ ਲੜੀ ਸ਼ੁਰੂ ਕਰ ਰਹੇ ਹਾਂ, ਜਿਸ ਲੜੀ ਅਧੀਨ ਆਪਾਂ ਪੰਜਾਬੀ ਦੇ ਵਿੱਚ ਵਿਦਵਾਨਾਂ ਦੇ ਲਿਖੇ ਹੋਏ ਮਹੱਤਵਪੂਰਨ ਲੇਖਾਂ ਨੂੰ ਵਿਚਾਰਿਆ ਕਰਾਂਗੇ। ਇੱਕ ਪੁਸਤਕ ਹੈ ਕਾਵਿ ਸਿਧਾਂਤ, ਉਹਦਾ ਨਾਂ ਹੀ ਪੁਸਤਕ ਦਾ ਕਾਵਿ ਸਿਧਾਂਤ ਆ, ਜਿਸ ਨੂੰ ਸੰਪਾਦਿਤ ਕੀਤਾ ਹੈਗਾ ਬਲਦੇਵ ਸਿੰਘ ਧਾਲੀਵਾਲ ਨੇ ਤੇ ਦਾਸ ਨੇ। ਇਸ ਵਿੱਚ ਜਿਹੜੇ ਲੇਖ ਨੇ, ਉਹਨਾਂ ਵਿੱਚੋਂ ਜਿਹੜਾ ਪਹਿਲਾ ਹੀ ਲੇਖ ਆ ਉਹ ਬਾਵਾ ਬੁੱਧ ਸਿੰਘ ਹੋਰਾਂ ਦਾ ਲਿਖਿਆ ਹੋਇਆ। ਬਾਵਾ ਬੁੱਧ ਸਿੰਘ ਹੋਰਾਂ ਦਾ ਜਿਹੜਾ ਲੇਖ ਆ, ਬਾਵਾ ਬੁੱਧ ਸਿੰਘ ਦਾ ਜਿਹੜਾ ਜਨਮ ਆ ਉਹ 1878 ਦੇ ਵਿੱਚ ਹੋਇਆ ਸੀ ਅਤੇ 1931 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਕਿੱਤੇ ਵਜੋਂ ਇੰਜੀਨੀਅਰ ਸੀ, ਸੁਭਾਅ ਵਜੋਂ ਉਹ ਕਵੀ ਸੀ, ਉਹਨਾਂ ਦੀਆਂ ਕਵਿਤਾ ਵੀ ਮਿਲਦੀ ਹੈਗੀ ਆ। ਪਰ ਉਹਨਾਂ ਨੇ ਸਾਹਿਤ ਦੇ ਇਤਿਹਾਸ ਦੀਆਂ ਜਾਂ ਕਾਵਿ ਲੋਚਨਾ ਦੀਆਂ ਵੀ 3 ਪੁਸਤਕਾਂ ਲਿਖੀਆਂ, ਕੋਇਲ ਕੂ, ਬੰਬੀਹੇ ਬੋਲ, ਹੰਸ ਚੋਗ। ਉਹ ਸਾਰੀ ਦੀ ਸਾਰੀ ਜਿਹੜੀ ਰਚਨਾਵਲੀ ਆ ਉਹਨਾਂ ਦੀ ਕਵਿਤਾ ਦੀ ਵੀ ਅਤੇ ਉਹਨਾਂ ਦੀ ਕਾਵਿ ਲੋਚਨਾ ਦੀ ਵੀ, ਉਹ ਛਪੀ ਹੋਈ ਆ। ਉਹਦੇ ਵਿੱਚੋਂ ਇੱਕ ਲੇਖ ਕਵਿਤਾ, ਉਹ ਲੇਖ ਇਸ ਪੁਸਤਕ ਵਿੱਚ ਦਰਜ ਆ। ਕਵਿਤਾ ਕੀ ਆ, ਤਾਂ ਅਸੀਂ ਅੱਜ ਉਸ ਗੱਲ 'ਤੇ ਵਿਚਾਰ ਕਰਦੇ ਹਾਂ ਕਿ ਬਾਵਾ ਬੁੱਧ ਸਿੰਘ ਅਨੁਸਾਰ ਕਵਿਤਾ ਕੀ ਹੈ। ਨਿਸ਼ਚੇ ਹੀ ਬਾਵਾ ਬੁੱਧ ਸਿੰਘ ਜਿਹੜੇ ਆਪਣੇ ਵਿਚਾਰ ਦਿੰਦੇ ਨੇ, ਉਹ ਉਹਨਾਂ ਦੇ ਭਾਵੇਂ ਨਿੱਜੀ ਵਿਚਾਰ ਨੇ, ਪਰ ਅਸਲ ਵਿੱਚ ਉਹ ਪੱਛਮੀ ਕਾਵਿ ਸ਼ਾਸਤਰ ਅਤੇ ਭਾਰਤੀ ਕਾਵਿ ਸ਼ਾਸਤਰ ਦੋਹਾਂ ਤੋਂ ਪ੍ਰਭਾਵਿਤ ਹਨ। ਉਹ ਉਹਨਾਂ ਦਾ ਇੱਕ ਸਮਨਵੈ ਤਿਆਰ ਕਰਦੇ ਨੇ, ਜਿਸ ਆਧਾਰ ਉੱਤੇ ਉਹ ਕਵਿਤਾ ਕੀ ਹੈ ਪ੍ਰਸ਼ਨ ਦਾ ਜਵਾਬ ਦਿੰਦੇ ਆ। ਤਾਂ ਸਭ ਤੋਂ ਪਹਿਲੀ ਗੱਲ ਕਿ ਜਿਹੜੀ ਕਵਿਤਾ ਹੈਗੀ ਆ, ਉਹਦੇ ਤੱਤ ਕਿਹੜੇ ਕਿਹੜੇ ਨੇ, ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਰਲ ਕੇ ਬਣਦੀ ਆ ਕਵਿਤਾ। ਤਾਂ ਜਿਹੜੀ ਸਭ ਤੋਂ ਪਹਿਲੀ ਗੱਲ ਉਹ ਕਹਿੰਦੇ ਆ ਕਿ ਕਵਿਤਾ ਦੇ ਵਿੱਚ ਇੱਕ ਖਿਆਲ ਹੁੰਦਾ ਹੈ। ਖਿਆਲ ਤੋਂ ਭਾਵ ਇੱਕ ਵਿਚਾਰ ਹੁੰਦਾ ਹੈ। ਵਿਚਾਰ ਤੋਂ ਭਾਵ ਇਹ ਕਿ ਕਿਸੇ ਵਿਸ਼ੇ, ਕਿਸੇ ਸਬਜੈਕਟ ਮੈਟਰ ਉੱਪਰ ਜਦੋਂ ਕਵੀ ਦੇਖਦਾ, ਸੋਚਦਾ, ਮਹਿਸੂਸਦਾ ਤਾਂ ਉਸ ਦੇ ਮਨ ਵਿੱਚ ਕੁਝ ਵਿਚਾਰ, ਖਿਆਲ ਪੈਦਾ ਹੁੰਦੇ ਆ। ਉਹ ਖਿਆਲ, ਉਹ ਬੀਜ ਆ ਜਿਸ ਦੁਆਲੇ ਕਵਿਤਾ ਉਸਰਦੀ ਹੈ। ਦੂਜੀ ਗੱਲ ਕਹਿੰਦੇ ਆ ਕਿ ਕਵਿਤਾ ਦੇ ਲਈ ਇੱਕ ਕਲਪਨਾ ਦੀ ਜ਼ਰੂਰਤ ਹੁੰਦੀ ਆ, ਸੋਚ ਦੀ ਜ਼ਰੂਰਤ ਹੁੰਦੀ ਆ। ਕਲਪਨਾ ਜਾਂ ਸੋਚ ਸ਼ਬਦ ਵਰਤਦੇ ਆ ਉਹ ਪੋਇਟਿਕ ਇਮੈਜੀਨੇਸ਼ਨ ਲਈ, ਕਿ ਪੋਇਟਿਕ ਇਮੈਜੀਨੇਸ਼ਨ ਹੁੰਦੀ ਆ ਜਿਸ ਆਧਾਰ 'ਤੇ
ਕੋਈ ਕਵੀ ਆ ਜਿਹੜੀ ਕਵਿਤਾ ਰਚਦਾ ਹੈ ਕਿ ਕਵੀ ਆ ਜਿਹੜਾ ਉਹ ਆਪਦੀ ਜਿਹੜੀ ਕਾਵ ਅਡਾਰੀ ਲਾਉਂਦਾ ਹੈ ਉਹ ਕਲਪਨਾ ਦੇ ਆਧਾਰ ਤੇ ਲਾਉਂਦਾ ਹੈ। ਸੋ ਪਹਿਲੀ ਗੱਲ ਕਿ ਸੋਚ ਵਿਚਾਰ ਜਜ਼ਬਾ ਜਾਂ ਖਿਆਲ, ਤੇ ਦੂਜੀ ਗੱਲ ਕਲਪਨਾ ਜਾਂ ਸੋਚ ਅਡਾਰੀ, ਇਹ ਰਲ ਕੇ ਕਿਸੇ ਕਵਿਤਾ ਦਾ ਮੁੱਢਲਾ ਬੀਜ ਤਿਆਰ ਕਰਦੇ ਜਾਂ ਉੱਥੋਂ ਕਵਿਤਾ ਉਗਮਦੀ ਆ। ਪਰ ਕਵਿਤਾ ਜਿਹੜੀ ਪੇਸ਼ ਆ ਉਹ ਭਾਸ਼ਾ ਰਾਹੀਂ ਹੁੰਦੀ ਆ, ਤਾਂ ਉੱਥੇ ਫਿਰ ਜਾ ਕੇ ਕਵਿਤਾ ਦੇ ਵਿੱਚ ਕਾਵ ਜੁਗਤਾਂ ਪ੍ਰਵੇਸ਼ ਕਰਦੀਆਂ। ਉੱਥੇ ਫਿਰ ਇਹ ਕਿ ਉਹ ਛੰਦ ਦੀ ਵਰਤੋਂ ਕਰਦੇ ਆ, ਤਾਂ ਉਹ ਛੰਦ ਦੀ ਵਰਤੋਂ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਭਾਰਤੀ ਕਵਿਤਾ ਦੇ ਵਿੱਚ ਵੀ ਹੁੰਦੀ ਰਹੀ ਹੈ ਤੇ ਪੱਛਮੀ ਕਵਿਤਾ ਦੇ ਵਿੱਚ ਵੀ ਹੁੰਦੀ ਰਹੀ ਹੈ। ਮੁੱਢ ਤੋਂ ਹੀ ਵੱਡੀ ਜਿਹੜੀ ਧਿਰ ਆ ਉਹ ਇਹ ਕਹਿੰਦੀ ਰਹੀ ਕਿ ਕਵਿਤਾ ਤਾਂ ਹੀ ਬਣਦੀ ਆ ਕਿ ਜੇ ਉਹ ਛੰਦ ਵਿੱਚ ਹੋਵੇ, ਲੈਅ ਵਿੱਚ ਹੋਵੇ, ਤਾਲ ਵਿੱਚ ਹੋਵੇ, ਤੋਲ ਹੋਵੇ, ਉਹਦਾ ਇੱਕ ਵਜਨ ਹੋਵੇ, ਉਹਦਾ ਰਾਈਮ ਤੁਕਾਂਤ ਮਿਲਦਾ ਹੋਵੇ। ਦੂਸਰੇ ਪਾਸੇ ਆਧੁਨਿਕ ਪ੍ਰਭਾਵਾਂ ਅਧੀਨ ਇਹ ਵੀ ਆਖਿਆ ਜਾਣ ਲੱਗਿਆ ਕਿ ਕਵਿਤਾ ਦੇ ਲਈ ਇਹ ਜ਼ਰੂਰੀ ਲੱਛਣ ਨਹੀਂ ਕਿ ਉਸ ਵਿੱਚ ਲਾਜ਼ਮੀ ਤੌਰ 'ਤੇ ਮੀਟਰ, ਵਜਨ, ਬਹਿਰ, ਤੋਲ ਜਾਂ ਛੰਦ ਹੋਵੇ। ਉਸ ਤੋਂ ਬਗੈਰ ਵੀ ਕਵਿਤਾ ਹੋ ਸਕਦੀ ਹੈ। ਪਰ ਫਿਰ ਵੀ ਜੇ ਅਸੀਂ ਵਿਚਾਰ ਕਰੀਏ ਤਾਂ ਹੁਣ ਤੱਕ ਜਿਹੜਾ ਕਵਿਤਾ ਦੇ ਤੱਤ ਨੇ ਉਹਨਾਂ ਵਿੱਚ ਇੱਕ ਖਿਆਲ ਜਾਂ ਵਿਚਾਰ, ਤੇ ਦੂਸਰਾ ਸੋਚ ਜਾਂ ਕਲਪਨਾ, ਤੇ ਤੀਸਰਾ ਜਿਹੜਾ ਛੰਦ ਆ ਉਹ ਮਹੱਤਵਪੂਰਨ ਤੱਤ ਮੰਨੇ ਜਾਂਦੇ ਆ। ਜੇ ਹੁਣ ਅਸੀਂ ਇਸ ਤੋਂ ਥੋੜ੍ਹਾ ਜਿਹਾ ਅੱਗੇ ਚੱਲਦੇ ਹਾਂ ਤਾਂ ਉਹ ਇੱਕ ਸ਼ਬਦ ਵਰਤਦਾ ਹੈ ਕਿ ਪਦ ਚੋਣ, ਸ਼ਬਦਾਂ ਦੀ ਚੋਣ। ਵੇਖੋ ਗੱਲ ਬੜੀ ਸਿੱਧੀ ਹੈਗੀ ਆ ਕਿ ਕਵਿਤਾ ਕਿਵੇਂ ਕਵਿਤਾ ਬਣਦੀ ਆ। ਤਾਂ ਕਵਿਤਾ ਦੇ ਬਣਨ ਲਈ ਸਭ ਤੋਂ ਪਹਿਲੀ ਜਿਹੜੀ ਜ਼ਰੂਰੀ ਗੱਲ ਹੈ ਕਿ ਕਵਿਤਾ ਦੇ ਹੋਂਦ ਵਿੱਚ ਆਉਣ ਦਾ ਆਧਾਰ ਹੀ ਭਾਸ਼ਾ ਹੈ। ਭਾਸ਼ਾ ਤੋਂ ਬਗੈਰ ਤਾਂ ਕਵਿਤਾ ਹੋਂਦ ਵਿੱਚ ਹੀ ਨਹੀਂ ਆ ਸਕਦੀ। ਤੇ ਫਿਰ ਭਾਸ਼ਾ ਵਿੱਚ ਕੀ ਹੁੰਦੇ ਆ? ਸ਼ਬਦ ਹੁੰਦੇ ਆ, ਪਦ ਹੁੰਦੇ ਆ। ਉਹਨਾਂ ਸ਼ਬਦਾਂ ਨੂੰ ਕਵੀ ਕਿਸ ਤਰਤੀਬ ਵਿੱਚ ਟਿਕਾਉਂਦਾ ਹੈ, ਇਹ ਗੱਲ ਮਹੱਤਵਪੂਰਨ ਆ ਕਿ ਉਹਨਾਂ ਸ਼ਬਦਾਂ ਦੀ ਚੋਣ ਤੇ ਫਿਰ ਉਹਨਾਂ ਦੀ ਜੜਤ। ਜਿਹੜਾ ਸ਼ਬਦਾਂ ਦੀ ਚੋਣ ਕਰਨੀ ਆ ਤੇ ਜੜਤ ਕਰਨੀ ਆ, ਉਹੀ ਕਿਸੇ ਕਵਿਤਾ ਨੂੰ ਵਧੀਆ ਬਣਾਉਂਦਾ ਹੈ। ਉਹ ਸ਼ਬਦਾਂ ਨੂੰ ਚੁਣਦਾ ਕੋਈ ਕਿਵੇਂ ਆ ਕਵੀ, ਤੇ ਫਿਰ ਉਹਨਾਂ ਨੂੰ ਜੜਦਾ ਕਿਵੇਂ ਆ ਕਵੀ, ਇਹ ਮਹੱਤਵਪੂਰਨ ਗੱਲ ਹੈ। ਹੁਣ ਅਗਲਾ ਮਸਲਾ ਪੈਦਾ ਹੁੰਦਾ ਹੈ ਕਿ ਭਾਸ਼ਾ ਤੇ ਕਾਵਿ ਭਾਸ਼ਾ ਦੇ ਵਿੱਚ ਕੀ ਫਰਕ ਆ। ਅਸਲ ਤਾਂ ਇਹੀ ਗੱਲ ਭਾਸ਼ਾ ਤੇ ਕਾਵਿ ਭਾਸ਼ਾ ਵਿੱਚ ਫਰਕ ਕਰਦੀ ਆ ਕਿ ਆਮ ਭਾਸ਼ਾ ਦੇ ਵਿੱਚ ਵੀ ਅਸੀਂ ਸ਼ਬਦਾਂ ਦਾ ਪ੍ਰਯੋਗ ਕਰਦੇ ਹਾਂ, ਸ਼ਬਦਾਂ ਦੇ ਰਾਹੀਂ ਵਾਕ ਬਣਾਉਂਦੇ ਹਾਂ ਤੇ ਵਾਕਾਂ ਦੇ ਰਾਹੀਂ ਅਸੀਂ ਆਪਣਾ ਸੰਚਾਰ ਕਰਦੇ ਹਾਂ। ਤੇ ਕਵਿਤਾ ਦੇ ਵਿੱਚ ਵੀ ਇਹੀ ਹੁੰਦਾ। ਪਰ ਕਵਿਤਾ ਦਾ ਤੇ ਆਮ ਭਾਸ਼ਾ ਦਾ ਫਰਕ ਇਹ ਹੈ ਕਿ ਉਹਦੇ ਵਿੱਚ ਜਿਹੜੇ ਸ਼ਬਦ ਆ ਉਹਨਾਂ ਦੀ ਜਿਹੜੀ ਚੋਣ ਆ ਉਹ ਕਾਵਿਕ ਸੋਝ ਪੈਦਾ ਕਰਦੀ ਆ, ਉਹ ਕਾਵਿ ਅਡਾਰੀ ਪੈਦਾ ਕਰਦੀ ਆ, ਉਹ ਕਾਵਿ ਦੇ ਪੱਖੋਂ ਉਹਨੂੰ ਮਹੱਤਵਪੂਰਨ ਬਣਾਉਂਦੀ ਆ। ਤਾਂ ਹੁਣ ਤੱਕ ਅਸੀਂ 4 ਤੱਤਾਂ ਦੀ ਗੱਲ ਕੀਤੀ ਆ ਕਿ ਪਹਿਲਾ ਤੱਤ ਕਿਹੜਾ ਹੈ? ਕਿ ਪਹਿਲੇ ਤੱਤ ਤੇ ਅਸੀਂ ਗੱਲ ਕੀਤੀ ਆ ਕਿ ਖਿਆਲ, ਦੂਸਰੀ ਕਲਪਨਾ ਜਾਂ ਅਡਾਰੀ, ਤੀਸਰਾ ਛੰਦ, ਤੇ ਚੌਥਾ ਜਿਹੜਾ ਹੈਗਾ ਉਹ ਅਸੀਂ ਉਹਦੇ ਪਦ ਚੋਣ ਜਾਂ ਸ਼ਬਦ ਚੋਣ ਤੇ ਉਹਦੀ ਜੜਤ ਦੀ ਗੱਲ ਕੀਤੀ ਹੈ। ਪਰ ਇਸ ਦੇ ਬਾਵਜੂਦ ਜਿਹੜੀ ਕਵਿਤਾ ਬਣਦੀ ਆ, ਕਵਿਤਾ ਦੇ ਵਿੱਚ ਹੋਰ ਕੀ, ਉਹਦਾ ਗਹਿਣੇ ਕੀ ਆ, ਉਹਦਾ ਭੂਸ਼ਣ ਕੀ ਆ, ਉਹਦੇ ਅਲੰਕਾਰ ਕੀ ਆ, ਉਹ ਸਜਾਈ ਕਿਵੇਂ ਜਾਂਦੀ ਆ, ਤਾਂ ਉਹਦੇ ਬਾਰੇ ਪੱਛਮ ਦੇ ਵਿੱਚ ਵੀ ਤੇ ਪੂਰਬ ਦੇ ਵਿੱਚ ਵੀ ਬਹੁਤ ਜ਼ਿਆਦਾ ਚਿੰਤਨ ਹੋਇਆ। ਪਰ ਉਸ ਸੰਬੰਧੀ ਜਿਹੜੇ ਸਾਡੇ ਵਿਦਵਾਨ ਆਲੋਚਕ, ਪੁਰਾਣੇ ਸਾਡੇ ਜਿਹੜੇ ਦਾਨਸ਼ਵਰ ਆ, ਬਾਬਾ ਬੋਧ ਸਿੰਘ, ਉਹ ਕੀ ਗੱਲਾਂ ਕਰਦੇ ਆ, ਉਹਦੇ ਬਾਰੇ ਅਸੀਂ ਅੱਗੇ ਜਾ ਕੇ ਗੱਲ ਕਰਦੇ ਹਾਂ। ਕਵਿਤਾ ਦੇ ਵਿੱਚ ਇੱਕ ਬਹੁਤ ਹੀ ਜਿਹੜੀ ਮਹੱਤਵਪੂਰਨ ਚੀਜ਼ ਆ ਉਹ ਹੁੰਦੀ ਆ ਤਸ਼ਬੀਹ, ਤੁਲਨਾ। ਤਸ਼ਬੀਹ ਜਾਂ ਤੁਲਨਾ, ਇਹ ਤਸ਼ਬੀਹ ਜਾਂ ਤੁਲਨਾ ਕਿਸ ਤਰ੍ਹਾਂ ਹੋਂਦ ਵਿੱਚ ਆਉਂਦੀ ਆ? ਤਾਂ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਚੀਜ਼ ਦੀ ਦੂਸਰੀ ਚੀਜ਼ ਨਾਲ ਤੁਲਨਾ ਕੀਤੀ ਜਾਂਦੀ ਹੈ। ਬਹੁਤ ਸਾਰੇ ਸਰੋਤਿਆਂ ਨੇ, ਦਰਸ਼ਕਾਂ ਨੇ ਉਪਮਾਨ, ਉਪਮੇਯ ਸੁਣਿਆ ਹੋਊਗਾ ਕਿ ਇੱਕ ਉਪਮਾ ਯੋਗ ਚੀਜ਼ ਹੈ, ਇੱਕ ਚੀਜ਼ ਨਾਲ ਉਪਮਾ ਕੀਤੀ ਜਾਂਦੀ ਹੈ। ਤਾਂ ਇਹ ਤਸ਼ਬੀਹ ਆ। ਇੱਕ ਉਹ ਤਸ਼ਬੀਹ ਹੁੰਦੀ ਆ ਕਿ ਜਿਹਦੇ ਵਿੱਚ ਦੋਵੇਂ ਚੀਜ਼ਾਂ ਸਾਫ਼-ਸਾਫ਼ ਦਿਖਾਈ ਦਿੰਦੀਆਂ, ਕਿ ਜਿਵੇਂ ਅਸੀਂ ਕਹਿੰਦੇ ਆ ਕਿ ਉਸ ਦਾ ਜਿਹੜਾ ਮੁਖੜਾ ਹੈ ਉਹ ਇਸ ਤਰ੍ਹਾਂ ਚਮਕਦਾ ਹੈ ਕਿ ਜਿਵੇਂ ਚੰਨ ਚਮਕਦਾ ਹੈ,
ਜਾਂ ਅਸੀਂ ਕਹਿੰਦੇ ਆ ਕਿ ਉਸ ਦਾ ਮੁਖੜਾ ਇਸ ਤਰ੍ਹਾਂ ਖਿੜਿਆ ਹੋਇਆ ਹੈ ਜਿਵੇਂ ਗੁਲਾਬ ਦਾ ਫੁੱਲ ਖਿੜਿਆ ਹੁੰਦਾ ਹੈ। ਤੇ ਇੱਕ ਪਾਸੇ ਤੁਹਾਡੇ ਪਿਆਰੇ ਦਾ, ਤੁਹਾਡੀ ਮਸ਼ੂਕ ਦਾ, ਤੁਹਾਡੇ ਨੇੜੇ ਦੇ ਵਿਅਕਤੀ ਦਾ, ਬੱਚੇ ਦਾ ਚਿਹਰਾ ਹੈ, ਮੁਖੜਾ ਹੈ, ਉਹਦੀ ਤੁਲਨਾ ਕੀਤੀ ਜਾਂਦੀ ਆ ਜਾਂ ਚੰਦ ਦੇ ਨਾਲ, ਜਾਂ ਤੁਲਨਾ ਕੀਤੀ ਜਾਂਦੀ ਹੈਗੀ ਆ ਫੁੱਲ ਦੇ ਨਾਲ। ਤਾਂ ਉਹ ਤੁਲਨਾ ਜਦੋਂ ਕੀਤੀ ਜਾਂਦੀ ਆ ਤਾਂ ਇਹਨੂੰ ਕਹਿੰਦੇ ਆ ਤਸ਼ਬੀਹ ਦੇਣੀ, ਜਾਂ ਇਹਨੂੰ ਕਹਿੰਦੇ ਆ ਕਿ ਮੈਟਾਫਰ ਸਿਰਜਣਾ, ਜਾਂ ਇਹਨੂੰ ਅਸੀਂ ਕਹਿੰਦੇ ਆ ਕਿ ਰੂਪਕ ਵਰਤਨ। ਪਰ ਇਸੇ ਤਰ੍ਹਾਂ ਦੇ ਨਾਲ ਹੀ ਹੈਗਾ ਕਿ ਜਦੋਂ ਅਸੀਂ ਸ਼ਬਦ ਵਰਤਦੇ ਹਾਂ ਇਸ਼ਤਿਆਰਾ, ਜਿਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਲੁਕੋ ਰੱਖ ਲੈਂਦੇ ਹਾਂ, ਹੁੰਦੀ ਉਹ ਵੀ ਉਪਮਾ ਹੀ ਹੈ। ਉਹ ਉਪਮਾ ਕਿਸ ਕਿਸਮ ਦੀ ਹੁੰਦੀ ਆ ਕਿ ਜਿਵੇਂ ਉਹਦਾ ਚਿਹਰਾ ਖਿੜਿਆ ਹੋਇਆ ਸੀ। ਵੈਸੇ ਤਾਂ ਜਿਹੜਾ ਖਿੜਦਾ ਉਹ ਗੁਲਾਬ ਜਾਂ ਹੋਰ ਫੁੱਲ ਖਿੜਦੇ ਨੇ, ਪਰ ਜਦੋਂ ਅਸੀਂ ਚਿਹਰਾ ਖਿੜਦਾ ਉਹਦਾ ਚਿਹਰਾ ਜਿਹੜਾ ਉਹ ਚਮਕਾਂ ਮਾਰਦਾ ਸੀ। ਤਾਂ ਉੱਥੇ ਕੀ ਆ ਕਿ ਅਸੀਂ ਵਿੱਚੋਂ ਜਿਹੜਾ ਤੁਲਨਾ ਜਿਸ ਨਾਲ ਕੀਤੀ ਜਾ ਰਹੀ ਆ ਉਹ ਚੀਜ਼ ਲੁਪਤ ਕਰ ਦਿੰਦੇ ਆ, ਅਲੋਪ ਕਰ ਦਿੰਦੇ ਆ। ਇਹ ਢੰਗ ਵੀ ਜਿਹੜੇ ਕਵੀ ਆ ਉਹ ਵਰਤਦੇ ਆ। ਪਰ ਜਿਹੜੀਆਂ ਇਹ ਤਸ਼ਬੀਹਾਂ ਹੁੰਦੀਆਂ ਇਸ ਬਾਰੇ ਮੈਂ ਕਿ ਕਵੀ ਇੱਕ ਹਸਾਉਣੀ ਕਥਾ ਦੇ ਨਾਲ ਸਾਨੂੰ ਇਸ ਗੱਲੋਂ ਸੁਚੇਤ ਕਰਦਾ ਹੈ ਕਿ ਕਵੀ ਨੂੰ ਤਸ਼ਬੀਹ ਵਰਤਣ ਸਮੇਂ ਕਾਫੀ ਸੁਚੇਤ ਰਹਿਣਾ ਚਾਹੀਦਾ ਹੈ, ਚੇਤੰਨ ਰਹਿਣਾ ਚਾਹੀਦਾ ਹੈ, ਨਹੀਂ ਤਾਂ ਕਈ ਵਾਰੀ ਗਲਤੀ ਵੀ ਹੋ ਜਾਂਦੀ ਆ। ਉਹਨਾਂ ਨੇ ਇੱਕ ਉਹਦੇ ਵਿੱਚ ਕਥਾ ਦਰਜ ਕੀਤੀ ਹੈ, ਉਦਾਹਰਣ ਦਰਜ ਕੀਤੀ ਆ ਕਿ ਰੰਗਜ਼ੇਬ ਦੀ ਜਿਹੜੀ ਪੁੱਤਰੀ ਸੀਗੀ ਜੇਬਨ ਨੁਸ਼ਾ, ਉਹਨੂੰ ਸ਼ਾਇਰੀ ਦਾ ਸ਼ੌਕ ਸੀ, ਉਹ ਸ਼ਾਇਰੀ ਪੜ੍ਹਦੀ ਵੀ ਰਹਿੰਦੀ ਸੀ, ਖੁਦ ਵੀ ਉਹ ਸ਼ਾਇਰੀ ਲਿਖਦੀ ਸੀਗੀ। ਤਾਂ ਉਸਨੇ ਇੱਕ ਵਾਰ ਤਸ਼ਬੀਹ ਇਹ ਸੁਣ ਲਈ, ਇਹ ਤਸ਼ਬੀਹ ਕਿਤੇ ਪੜ੍ਹ ਲਈ ਕਿ ਜਿਹੜਾ ਯਾਰ ਦਾ ਕੱਦ ਆ ਉਹ ਸਰੂ ਵਰਗਾ, ਜਾਂ ਯਾਰ ਜਿਹੜਾ ਸਰੂ ਆ, ਅਸੀਂ ਅਕਸਰ ਹੀ ਕਹਿੰਦੇ ਕਿ ਮੇਰਾ ਯਾਰ ਸਰੂ ਦਾ ਬੂਟਾ ਵਿਹੜੇ ਵਿੱਚ ਲਾ ਰੱਖਦੀ। ਜਿਹੜਾ ਯਾਰ ਨਾਲ ਸਰੂ ਦਾ ਮੇਲ ਆ, ਤੇ ਉਹਨੇ ਇੱਕ ਵਾਰ ਸਰੂ ਦਾ ਬੂਟਾ ਦੇਖਿਆ ਤੇ ਉਹਨੂੰ ਸਰੂ ਦਾ ਬੂਟਾ ਤੇ ਕਵੀ ਦੀ ਜਿਹੜੀ ਹੈਗੀ ਆ ਕਲਪਨਾ ਯਾਦ ਆਈ। ਤਾਂ ਉਸ ਨੇ ਪਿਆਰ ਦੇ, ਉਨਮਾਦ ਦੇ, ਮੁਹੱਬਤ ਦੇ ਵੇਗ ਵਿੱਚ ਗਈ ਤੇ ਸਰੂ ਨੂੰ ਕਲਾਵੇ ਵਿੱਚ ਲੈ ਲਿਆ। ਪਰ ਜਿਹੜਾ ਸਰੂ ਆ ਉਸ ਦੇ ਜਿਹੜੀ ਕੰਡੇ ਉਹਦਾ ਜਿਹੜਾ ਤਿੱਖੇ ਨਕੀਲੇ ਕਾਂਟਿਆਂ ਨੇ ਉਹਨੂੰ ਛਿੱਲ ਦਿੱਤਾ। ਤੇ ਉਹਨੂੰ ਛਿੱਲ ਦਿੱਤਾ ਤਾਂ ਉੱਥੇ ਉਹਨੇ ਕਿਹਾ ਕਿ ਕਵੀ ਝੂਠੇ ਨੇ, ਇਹਨਾਂ ਨੇ ਇਹ ਕੀ ਕੀਤਾ। ਤੇ ਇੱਥੋਂ ਆ ਕੇ ਜਿਹੜਾ ਸਾਡਾ ਸ਼ਾਇਰ ਆ ਉਹ ਕਹਿੰਦਾ ਕਿ ਜਿਸ ਚੀਜ਼ ਦੀ ਤੁਲਨਾ ਕੀਤੀ ਜਾਣੀ ਹੋਵੇ ਤੇ ਜਿਸ ਚੀਜ਼ ਨਾਲ ਤੁਲਨਾ ਕੀਤੀ ਜਾਵੇ ਹੋਵੇ, ਉਹਦਾ ਇੱਕ ਗੁਣ ਹੀ ਸਮਾਨਤਾ ਵਾਲਾ ਹੁੰਦਾ। ਜੇ ਤੁਸੀਂ ਕਹਿ ਲਓ ਕਿ ਸਾਰੇ ਗੁਣ ਸਮਾਨਤਾ ਵਾਲੇ ਆ ਤਾਂ ਫਿਰ ਉਹ ਕਈ ਵਾਰ ਠੀਕ ਨਹੀਂ ਹੁੰਦਾ। ਇਸ ਤਰ੍ਹਾਂ ਉਹ ਮਜ਼ਾਕ ਵੀ ਕਰਦੇ ਨੇ, ਹਸਾਉਂਦੇ ਵੀ ਨੇ, ਤਾਂ ਉਸ ਦੇ ਨਾਲ ਆਪਣੀ ਗੱਲ ਵੀ ਸਪਸ਼ਟ ਕਰਦੇ ਆ। ਤਸ਼ਬੀਹ ਤੋਂ ਬਾਅਦ ਉਹ ਕਵਿਤਾ ਦੇ ਇੱਕ ਹੋਰ ਗਹਿਣੇ, ਹੋਰ ਇੱਕ ਜੁਗਤ ਬਾਰੇ ਦੱਸਦੇ ਆ ਕਿ ਕਵੀ ਬਹੁਤ ਵਾਰ ਮੁਬਾਲਗਾ ਵਰਤਦੇ ਆ। ਤੇ ਇਹ ਮੁਬਾਲਗਾ ਕੀ ਆ? ਮੁਬਾਲਗਾ ਅਸਲ 'ਚ ਅਤਕਥਨੀ ਆ, ਜਿਹਨੂੰ ਕਹਿੰਦੇ ਆ ਕਿ ਬਹੁਤ ਛੋਟੀ ਗੱਲ ਨੂੰ ਵਧਾ ਕੇ ਪੇਸ਼ ਕਰ ਦੇਣਾ, ਉਸ ਨੂੰ ਮੁਬਾਲਗਾ ਕਹਿੰਦੇ ਆ। ਤੇ ਉਹ ਕਹਿੰਦੇ ਮੁਬਾਲਗਾ ਜਦੋਂ ਵਰਤਦੇ ਆ ਕਵੀ, ਉਦੋਂ ਕਿੱਥੋਂ ਕੁ ਤੱਕ ਵਰਤ ਸਕਦੇ ਆ? ਤਾਂ ਕਹਿੰਦੇ ਕੁਝ ਗੱਲਾਂ ਜਿਹੜੀਆਂ ਉਹ ਸੰਭਵਤਾ ਦੀ ਹੱਦ ਤੋਂ ਵੀ ਜਦੋਂ ਪਰੇ ਚਲੀਆਂ ਜਾਂਦੀਆਂ ਉਦੋਂ ਜ਼ਰੂਰ ਹਾਸੋਹੀਣੀਆਂ ਬਣ ਜਾਂਦੀਆਂ, ਪਰ ਜਿੰਨੀ ਦੇਰ ਉਹ ਸੰਭਵਤਾ ਦੀ ਹੱਦ 'ਚ ਰਹਿੰਦੀਆਂ ਉਨੀ ਦੇਰ ਕੋਈ ਐਡੀ ਗੱਲ ਨਹੀਂ ਹੁੰਦੀ। ਕਵੀਆਂ ਨੂੰ ਇਹ ਖੁੱਲ੍ਹ ਆ, ਕਵੀਆਂ ਨੂੰ ਇਹ ਤੇ ਆਰਾਮ ਨਾਲ ਹੀ ਖੁੱਲ੍ਹ ਆ ਕਿ ਉਹ ਕਹਿ ਦੇਣ ਕਿ ਉਹ ਬੰਦਾ ਗੋਲੀ ਤੋਂ ਵੀ ਤੇਜ਼ ਦੌੜਦਾ। ਪਰ ਜਦੋਂ ਉਹ ਇਸ ਤਸ਼ਬੀਹ ਨੂੰ ਵਧਾਉਂਦੇ ਕਿਤੇ ਰੌਸ਼ਨੀ ਨਾਲ, ਕਦੇ ਇਦੋਂ ਵੀ ਵੱਧ ਕੋਈ ਵੱਡੀਆਂ ਗੱਲਾਂ ਕਰ ਜਾਂਦੇ ਆ, ਫੇਰ ਜ਼ਰੂਰ ਸਮੱਸਿਆ ਪੈਦਾ ਹੁੰਦੀ ਆ। ਇੱਕ ਤਰ੍ਹਾਂ ਨਾਲ ਕਵੀ ਕਿਹੜੀਆਂ ਤਸ਼ਬੀਹਾਂ ਵਰਤੇ, ਕਿਹੜੇ ਮੁਬਾਲਗੇ ਵਰਤੇ? ਹੁਣ ਮੈਂ ਦੋ ਸ਼ਬਦ ਵਾਰ-ਵਾਰ ਵਰਤਦੇ ਹਾਂ। ਇੱਕ ਸ਼ਬਦ ਵਰਤ ਰਿਹਾ ਤਸ਼ਬੀਹ, ਜਿਹਨੂੰ ਉਪਮਾ ਜਾਂ ਰੂਪਕ ਜਾਂ ਮੈਟਾਫਰ ਵੀ ਕਹਿੰਦੇ ਆ। ਦੂਸਰਾ ਮੁਬਾਲਗਾ, ਕਿ ਜਿਹਨੂੰ ਅਰਥਕਥਨੀ ਅਲੰਕਾਰ ਵੀ ਕਹਿੰਦੇ ਆ। ਉਹਨਾਂ ਦੀ ਮੈਂ ਗੱਲ ਕਰ ਰਿਹਾ। ਅਸਲ ਦੇ ਵਿੱਚ ਤੁਹਾਨੂੰ ਇਹਨਾਂ ਗੱਲਾਂ ਸਾਂਝੀਆਂ ਕਰਨ ਦਾ ਮੰਤਵ ਇਹ ਆ
ਕਿ ਬਹੁਤ ਸਾਰੀਆਂ ਜਿਹੜੇ ਦੁਨੀਆ ਭਰ ਦੇ ਚਿੰਤਕ ਨੇ, ਚਾਹੇ ਅੰਗਰੇਜ਼ੀ ਦੇ ਹੋਣ, ਚਾਹੇ ਯੂਨਾਨੀ ਹੋਣ, ਚਾਹੇ ਲਤੀਨੀ ਹੋਣ, ਤੇ ਚਾਹੇ ਫਰਾਂਸੀਸੀ ਹੋਣ, ਤੇ ਚਾਹੇ ਭਾਰਤ ਦੇ ਵਿੱਚ ਸੰਸਕ੍ਰਿਤ ਦੇ ਹੋਣ, ਚਾਹੇ ਹਿੰਦੀ ਦੇ ਹੋਣ, ਕਵਿਤਾ ਦੇ ਜਦੋਂ ਤੱਤ ਕੱਢਦੇ ਆ ਉਹ ਲਗਭਗ ਇੱਕੋ ਜਿਹੇ ਸਿੱਟਿਆਂ ਤੇ ਹੀ ਪੁੱਜਦੇ ਆ। ਪਰ ਉਹਨਾਂ ਦੇ ਪਦ, ਉਹਨਾਂ ਦੀ ਟਰਮ, ਉਹਨਾਂ ਦੇ ਪ੍ਰਵਰਗ ਆਪੋ ਆਪਣੇ ਹੁੰਦੇ ਆ। ਤੇ ਇਹਨਾਂ ਪ੍ਰਵਰਗਾਂ ਨੂੰ, ਕਿਉਂਕਿ ਉਹ ਜਿਸ ਸਮੇਂ ਬਾਬਾ ਬੁੱਧ ਸਿੰਘ ਇਹ ਲੇਖ ਲਿਖ ਰਹੇ ਸੀਗੇ, ਉਸ ਸਮੇਂ ਅਰਬੀ, ਫਾਰਸੀ, ਉਰਦੂ ਦਾ ਪ੍ਰਭਾਵ ਵਧੇਰੇ ਸੀ, ਤੇ ਇਸੇ ਕਰਕੇ ਉਸ ਸਮੇਂ ਤਸ਼ਬੀਹ, ਇਸ਼ਤਿਆਰੇ ਜਾਂ ਮੁਬਾਲਗਾ ਵਰਗੇ ਸ਼ਬਦ ਵਧੇਰੇ ਵਰਤੇ ਜਾਂਦੇ ਸੀਗੇ। ਤੇ ਮੈਂ ਇਹ ਤੁਹਾਡੇ ਨਾਲ ਇਸ ਕਰਕੇ ਵੀ ਸਾਂਝਾ ਕਰ ਰਿਹਾ ਹੈਗਾ ਕਿ ਸਾਨੂੰ ਆਪਣੇ ਕਾਵਿ ਸਿਧਾਂਤਾਂ ਦਾ ਇਤਿਹਾਸ ਵੀ ਜਾਣਨਾ ਚਾਹੀਦਾ ਕਿ ਕਿਹੜੇ ਕਿਹੜੇ ਰਾਹਾਂ ਵਿੱਚ ਦੀ, ਕਿਹੜੇ ਕਿਹੜੇ ਮੋੜਾਂ ਵਿੱਚ ਦੀ ਇਹ ਚੱਲ ਕੇ ਆਇਆ ਹੈਗਾ ਤੇ ਅੱਜ ਸਾਡੇ ਤੱਕ ਪਹੁੰਚਿਆ ਹੈਗਾ। ਇੱਕ ਸਾਹਿਤ ਦੇ ਵਿਦਿਆਰਥੀ ਲਈ ਇਹ ਬੜਾ ਜ਼ਰੂਰੀ ਬਣ ਜਾਂਦਾ ਹੈ। ਆਮ ਵਿਅਕਤੀ ਨੇ ਜਦੋਂ ਕਵਿਤਾ ਦਾ ਆਨੰਦ ਲੈਣਾ, ਉਸ ਲਈ ਇਹ ਜ਼ਰੂਰੀ ਨਹੀਂ ਕਿ ਉਹ ਜਾਣੇ ਕਿ ਇਸ ਕਵਿਤਾ ਦੇ ਵਿੱਚ ਕਿਹੜਾ ਛੰਦ ਵਰਤਿਆ, ਕਿਹੜੀ ਤਸ਼ਬੀਹ ਵਰਤੀ ਆ, ਕਿਹੜਾ ਇਸ਼ਤਿਆਰਾ ਵਰਤਿਆ, ਕਿਹੜਾ ਮੁਬਾਲਗਾ ਵਰਤਿਆ, ਕਿਸ ਕਿਸਮ ਨਾਲ ਉਸਨੇ ਪੇਸ਼ ਕੀਤਾ। ਇਸ 'ਤੇ ਉਹਨੂੰ ਮਕਸ ਖਪਾਈ ਕਰਨ ਦੀ ਜ਼ਰੂਰਤ ਨਹੀਂ ਆ। ਪਰ ਸਾਹਿਤ ਦੇ ਵਿਦਿਆਰਥੀ ਨੂੰ ਅਤੇ ਕਾਵ ਰਚਣ ਦੀ ਇੱਛਾ ਰੱਖਣ ਵਾਲੇ ਵਿਅਕਤੀ ਨੂੰ ਜੇ ਇਹਨਾਂ ਚੀਜ਼ਾਂ ਦੀ ਜਾਣਕਾਰੀ ਹੋਵੇ ਤਾਂ ਉਸ ਦਾ ਆਨੰਦ ਵੀ ਦੁੱਗਣਾ ਹੋ ਜਾਂਦਾ, ਤਾਂ ਉਸ ਦਾ ਜਿਹੜਾ ਕਾਵਕ ਜ਼ੋਰ, ਕਾਵਕ ਸਮਝ ਉਹ ਵੀ ਵਧੇਰੇ ਹੋ ਜਾਂਦੀ ਆ। ਇਸ ਪੱਖ ਤੋਂ ਇਹ ਲੇਖ ਬੜਾ ਮਹੱਤਵਪੂਰਨ ਆ। ਤੁਸੀਂ ਇਸ ਲੇਖ ਨੂੰ ਕਾਵਿ ਸਿਧਾਂਤ ਪੁਸਤਕ ਵਿੱਚੋਂ ਪੜ੍ਹ ਸਕਦੇ ਆ ਅਤੇ ਤੁਸੀਂ ਇਸ ਬਾਰੇ ਵਧੇਰੇ ਜਾਣ ਸਕਦੇ ਆ। ਇੱਕ ਗੱਲ ਮੈਂ ਹੋਰ ਸਪਸ਼ਟ ਕਰ ਦੇਣੀ ਚਾਹੁੰਦਾ ਹੈ ਕਿ ਇਹ ਜਦੋਂ ਲੇਖ ਤੁਸੀਂ ਪੜ੍ਹੋਗੇ ਕਿ ਕਈ ਥਾਵਾਂ 'ਤੇ ਤੁਹਾਨੂੰ ਲੱਗੂਗਾ ਕਿ ਸ਼ਬਦਾਂ ਦੇ ਸ਼ਬਦ ਜੋੜ ਪੁਰਾਣੇ ਨੇ, ਵੱਖਰੇ ਨੇ, ਅੱਜ ਵਾਲੇ ਨੇ ਨਹੀਂ, ਜਾਂ ਇਹ ਵੀ ਲੱਗ ਸਕਦਾ ਹੈ ਕਿ ਗਲਤ ਨੇ। ਅਸਲ ਦੇ ਵਿੱਚ ਤਾਂ ਇਹ ਕਿ ਉਸ ਸਮੇਂ ਪੰਜਾਬੀ ਕਿਵੇਂ ਲਿਖੀ ਜਾਂਦੀ ਸੀ, ਅੱਜ ਤੋਂ ਕੋਈ 100 ਸਾਲ ਪਹਿਲਾਂ ਜਿਹੜਾ ਬੰਦਾ 1878 'ਚ ਜੰਮਿਆ, ਜਿਹੜਾ ਬੰਦਾ 1931 ਦੇ ਵਿੱਚ ਜਿਹਦਾ ਦੇਹਾਂਤ ਹੋ ਜਾਂਦਾ, ਉਹ ਵਿਅਕਤੀ ਕਿਹੋ ਜਿਹੀ ਪੰਜਾਬੀ ਲਿਖਦਾ ਸੀ, ਉਸ ਦਾ ਖੁਸ਼ਬੂ, ਉਸ ਦੀ ਫਲੇਵਰ, ਉਸ ਦਾ ਰੰਗ ਢੰਗ ਤੁਹਾਡੇ ਤੱਕ ਸਾਂਝਾ ਕਰਨ ਦੇ ਲਈ ਵੀ ਇਸ ਦੇ ਸ਼ਬਦ ਜੋੜ ਉਹੀ ਰੱਖੇ ਗਏ ਆ। ਇਸ ਲੇਖ ਨੂੰ ਤੁਸੀਂ ਪੜ੍ਹੋ ਤੇ ਤੁਹਾਨੂੰ ਬੜੀਆਂ ਕਈ ਨਵੀਆਂ ਗੱਲਾਂ ਪਤਾ ਲੱਗਣਗੀਆਂ। ਸਭ ਤੋਂ ਵੱਡੀ ਗੱਲ ਇਹ ਕਿ ਕਵੀ ਹੋਣ ਦੇ ਨਾਤੇ ਉਹ ਹੋਰ ਕਵੀਆਂ ਦੀਆਂ ਉਦਾਹਰਨਾਂ ਵੀ ਦਿੰਦਾ ਹੈ ਤੇ ਫਿਰ ਉਹਨਾਂ ਦੀ ਵਿਆਖਿਆ ਵੀ ਕਰਦਾ ਹੈਗਾ। ਬਾਬਾ ਬੁੱਧ ਸਿੰਘ ਨੇ ਦੋ ਗੱਲਾਂ ਵੱਲ ਹੋਰ ਧਿਆਨ ਦਿਵਾਇਆ ਹੈ ਕਿ ਕਵਿਤਾ ਦੇ ਵਿੱਚ ਦੋ ਹੋਰ ਚੀਜ਼ਾਂ ਵਰਤੀਆਂ ਜਾਂਦੀਆਂ, ਜਾਂ ਹੋਰ ਦੋ ਕਾਵਿ-ਜੁਗਤਾਂ ਵਰਤੀਆਂ ਜਾਂਦੀਆਂ, ਜਾਂ ਦੋ ਹੋਰ ਅਲੰਕਾਰ ਵਰਤੇ ਜਾਂਦੇ ਨੇ। ਉਹਨਾਂ ਵਿੱਚੋਂ ਇੱਕ ਹੈਗਾ ਕਿ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਤਮਸੀਲ ਜਾਂ ਦ੍ਰਿਸ਼ਟਾਂਤ। ਦ੍ਰਿਸ਼ਟਾਂਤ ਇਹ ਕਿ ਅਸੀਂ ਕਿਸੇ ਗੱਲ ਨੂੰ ਦਰਸਾਉਣ ਲਈ ਕਿਸੇ ਚੀਜ਼ ਦਾ ਹਵਾਲਾ ਦਿੰਦੇ ਹਾਂ, ਕੋਈ ਚੀਜ਼ ਸਾਹਮਣੇ ਦਿਖਾਉਂਦੇ ਹਾਂ। ਜਿਵੇਂ ਬਾਬਾ ਫਰੀਦ ਜੀ ਦਾ ਸ਼ਲੋਕ ਆ ਜਿਹੜਾ ਉਹਨਾਂ ਨੇ ਦਰਜ ਕੀਤਾ, ਮੈਂ ਉਹੀ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਕਿ ਉਹਨਾਂ ਨੇ ਉਹ ਕਿਹੜਾ ਸ਼ਲੋਕ ਦਰਜ ਕੀਤਾ ਹੈ। ਇਹ ਗੱਲ ਸਮਝਾਉਣ ਲਈ, ਤਮਸੀਲ ਨੂੰ ਦੱਸਣ ਲਈ ਉਹਨਾਂ ਨੇ ਇੱਕ ਉਦਾਹਰਣ ਲਈ ਆ ਕਿ ਫਰੀਦਾ ਸ਼ੱਕਰ ਖੰਡ ਨਬਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤਾਂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਅਸਲ ਦੇ ਵਿੱਚ ਇਹਦੇ ਵਿੱਚ ਕੀ ਹੈਗਾ ਕਿ ਮਿੱਠੀਆਂ ਚੀਜ਼ਾਂ ਦਾ ਜਿਹੜਾ ਦ੍ਰਿਸ਼ਟਾਂਤ ਦਿੱਤਾ ਗਿਆ ਉਹ ਰੱਬ ਦੇ ਨਾਲ ਉਹਦਾ ਜੋੜ ਲਾਇਆ ਗਿਆ ਕਿ ਉਹ ਰੱਬ ਨੂੰ ਦਰਸਾਉਣ ਦੇ ਲਈ ਇਹ ਦ੍ਰਿਸ਼ਟਾਂਤ ਦਿੱਤਾ ਗਿਆ ਹੈਗਾ। ਇਸੇ ਤਰ੍ਹਾਂ ਹੀ ਉਹਨਾਂ ਨੇ ਇੱਕ ਹੋਰ ਕਾਵਿ-ਯੁਗ ਦਾ ਵਰਣਨ ਕੀਤਾ ਹੈਗਾ ਕਿ ਤਮਸੀਲ ਤੋਂ ਇਲਾਵਾ ਉਹ ਕੀਤਾ ਹੈਗਾ ਕਨਾਇਆ ਜਾਂ ਇਸ਼ਾਰੇ ਦੀ ਗੱਲ ਕੀਤੀ ਹੈ ਕਿ ਇਸ਼ਾਰਾ ਜਾਂ ਰਮਜ। ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਰਮਜ ਜਾਂ ਇੱਕ ਪ੍ਰਤੀਕ ਛੁਪਿਆ ਹੁੰਦਾ। ਕਵਿਤਾ ਜਿਹੜੀ ਆਪਣੀ ਗੱਲ ਹੈਗੀ ਆ ਉਹ ਮੈਟਾਫਰ ਦੇ ਵਿੱਚ ਵੀ ਕਹਿੰਦੀ ਆ, ਮੋਟੋਨਮੀ ਦੇ ਵਿੱਚ ਵੀ ਕਹਿੰਦੀ ਆ, ਪ੍ਰਤੀਕਾਂ ਦੇ ਵਿੱਚ ਵੀ ਕਹਿੰਦੀ ਆ, ਇਸ਼ਾਰਿਆਂ ਦੇ ਵਿੱਚ ਵੀ ਕਹਿੰਦੀ ਆ, ਰਮਜ਼ਾਂ ਦੇ ਵਿੱਚ ਵੀ ਕਹਿੰਦੀ ਆ। ਅਤੇ ਜਦੋਂ ਰਮਜ਼ਾਂ ਦੇ ਨਾਲ ਗੱਲ ਕੀਤੀ ਜਾਂਦੀ ਆ ਤਾਂ ਬਹੁਤ ਵਾਰੀ ਜਿਵੇਂ ਸਾਰੇ ਮੱਧ ਕਾਲ ਦੇ ਵਿੱਚ ਇਸਤਰੀ ਪੁਰਸ਼ ਦੇ ਪਿਆਰ ਦੀ ਗੱਲ ਹੁੰਦੀ ਆ, ਪਰ ਅਸਲ ਦੇ ਵਿੱਚ ਕੀ ਉਹ ਆਤਮਾ ਪਰਮਾਤਮਾ ਦੀ ਗੱਲ ਹੈਗੀ ਆ। ਇਸੇ ਤਰ੍ਹਾਂ ਹੀ ਬਹੁਤ ਵਾਰੀ ਜਿਹੜੇ ਕਵੀ ਆ ਉਹ ਇਸ਼ਾਰਿਆਂ ਦੇ ਨਾਲ ਕਰਦੇ ਆ ਕਿ ਜੇ ਉਹ ਕੰਡਿਆਂ ਦੀ ਗੱਲ ਕਰਦੇ ਆ ਤਾਂ ਅਸਲ 'ਚ ਦੁੱਖਾਂ ਦੀ ਗੱਲ ਕਰ ਰਹੇ ਹੁੰਦੇ ਆ, ਅਤੇ ਜਦੋਂ ਉਹ ਖਾਰੇ ਸਮੁੰਦਰ ਦੀ ਗੱਲ ਕਰਦੇ ਆ
ਤੋਂ ਹੰਝੂਆਂ ਦੀ ਗੱਲ ਕਰ ਰਹੇ ਹੁੰਦੇ ਆ, ਇਸ਼ਾਰੇ, ਰਮਜਾਂ। ਇਸ ਲੇਖ ਦੇ ਵਿੱਚ ਬਾਵਾ ਬੋਧ ਸਿੰਘ ਜੀ ਨੇ ਮੁੜ ਮੈਂ ਦੁਹਰਾ ਦਿੰਦਾ ਕਿ ਕਵਿਤਾ ਦੇ ਲਈ ਜ਼ਰੂਰੀ ਤੱਤਾਂ ਦਾ ਵਿਖਿਆਨ ਕੀਤਾ ਜਾਂ ਜ਼ਰੂਰੀ ਤੱਤਾਂ ਬਾਰੇ ਜਾਣਕਾਰੀ ਦਿੱਤੀ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਚਾਰ, ਖਿਆਲ ਪਹਿਲੀ ਗੱਲ ਹੈ, ਕਲਪਨਾ, ਅਡਾਰੀ ਦੂਜੀ ਗੱਲ। ਜੇ ਜਜ਼ਬਾ ਨਾ ਹੋਵੇ ਤਾਂ ਖਿਆਲ ਨਹੀਂ ਉਪਜਦਾ, ਜੇ ਕਲਪਨਾ ਨਾ ਹੋਵੇ ਤਾਂ ਅੱਗੇ ਨਹੀਂ ਗੱਲ ਤੁਰਦੀ। ਫਿਰ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਛੰਦ ਦੀ ਵੀ ਮਹੱਤਤਾ ਹੈ। ਅਗਲੀ ਜਿਹੜੀ ਗੱਲ ਕਹੀ ਕਿ ਇਹਦੇ ਵਿੱਚ ਪਦ ਚੋਣ ਬਹੁਤ ਮਹੱਤਵਪੂਰਨ ਹੈ। ਭਾਸ਼ਾ 'ਚ ਸ਼ਬਦ ਕਿਵੇਂ ਚੁਣੇ ਜਾਂਦੇ ਆ ਅਤੇ ਕਿਵੇਂ ਪੀੜੇ ਜਾਂਦੇ ਆ। ਪਰ ਇਹਨਾਂ ਸਾਰਿਆਂ ਨਾਲ ਸਿਰਜਿਆ ਕੀ ਜਾਂਦਾ ਕਵਿਤਾ, ਅਤੇ ਕਵਿਤਾ ਸਿਰਜਣ ਦੀਆਂ ਫਿਰ ਜੁਗਤਾਂ ਕਿਹੜੀਆਂ ਕਿਹੜੀਆਂ, ਉਹਨਾਂ ਵਿੱਚੋਂ ਉਹਨਾਂ ਨੇ 4-5 ਵੱਲ ਇਸ਼ਾਰਾ ਕੀਤਾ ਅਤੇ ਉਹਨਾਂ ਵੱਲੋਂ ਉਹ ਰੂਪਕ ਦੇ ਵੱਲ ਗੱਲ ਕੀਤੀ ਗਈ ਹੈਗੀ ਆ, ਉਹਨਾਂ ਨੇ ਉਹਦੇ ਵਿੱਚ ਦ੍ਰਿਸ਼ਟਾਂਤ ਦੀ ਗੱਲ ਕੀਤੀ ਆ, ਉਹਦੇ ਵਿੱਚ ਇਸ਼ਾਰੇ ਦੀ ਗੱਲ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਰਮਜ ਦੀ ਗੱਲ ਕੀਤੀ ਆ, ਅਤੇ ਇਸ ਦੇ ਨਾਲ ਉਹਨਾਂ ਨੇ ਢੁਕਵੀਆਂ ਉਦਾਹਰਨਾਂ ਦਿੱਤੀਆਂ। ਤੁਸੀਂ ਇਹ ਲੇਖ ਪੜ੍ਹੋ, ਲਾਜ਼ਮੀ ਤੌਰ 'ਤੇ ਤੁਸੀਂ ਉਸ ਸਮੇਂ ਸਾਡੇ ਚਿੰਤਕ ਕਿਵੇਂ ਸੋਚਦੇ ਸੀ ਉਸ ਬਾਰੇ ਵੀ ਜਾਣੋਗੇ। ਅਤੇ ਤੁਸੀਂ ਜੇ ਕਾਵ ਰਸਕ ਹੋ ਤਾਂ ਤੁਸੀਂ ਅੱਗੇ ਤੋਂ ਕਵਿਤਾ ਦਾ ਵਧੇਰੇ ਆਨੰਦ ਲੈ ਸਕੋਗੇ। ਜੇ ਤੁਸੀਂ ਖੁਦ ਕਵਿਤਾ ਰਚਣੀ ਚਾਹੁੰਦੇ ਆ ਤਾਂ ਹੋ ਸਕਦਾ ਹੈਗਾ ਕਿ ਤੁਹਾਡੇ ਕਾਵ ਰਚਨਾ ਵਿੱਚ ਇਹ ਚੀਜ਼ਾਂ ਕੁਝ ਇਜ਼ਾਫਾ ਕਰ ਸਕਣ। ਅਤੇ ਜੇ ਤੁਸੀਂ ਵਿਦਿਆਰਥੀ ਹੋ ਤਾਂ ਸਾਹਿਤ ਦੇ ਵਿਦਿਆਰਥੀ, ਕਾਵ ਦੇ ਵਿਦਿਆਰਥੀ ਹੋਣ ਕਰਕੇ ਤੁਹਾਨੂੰ ਇਹਨਾਂ ਵਰਗਾਂ, ਪ੍ਰਵਰਗਾਂ, ਟਰਮਾਂ, ਸ਼ਬਦਾਵਲੀ ਤੋਂ ਜਾਣੂ ਹੋਣਾ ਚਾਹੀਦਾ ਹੈ ਜੋ ਕਾਵ ਆਲੋਚਨਾ ਵਿੱਚ ਵਰਤੀਆਂ ਜਾਂਦੀਆਂ। ਅੱਜ ਲਈ ਇੰਨੀਆਂ ਗੱਲਾਂ ਹੀ। ਅਗਲੀ ਇਸੇ ਹੀ ਲੈਕਚਰ ਲੜੀ ਦੇ ਵਿੱਚ ਕੁਝ ਹੋਰ ਗੱਲਾਂ ਕਵਿਤਾ ਦੇ ਬਾਰੇ ਕੀਤੀਆਂ ਜਾਣਗੀਆਂ, ਪਰ ਨਿਸ਼ਚੇ ਹੀ ਜਿਹੜਾ ਲੈਕਚਰ ਆ ਉਹ ਵੱਖਰੇ ਤਰ੍ਹਾਂ ਦਾ ਹੁੰਦਾ ਅਤੇ ਜਿਹੜੀ ਕਵਿਤਾ ਹੈ ਪੜ੍ਹਨੀ ਆ ਵੱਖਰੇ ਤਰ੍ਹਾਂ ਦਾ ਆਨੰਦ ਦਿੰਦੀ ਹੈ। ਤੁਸੀਂ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਆ। ਮਿਹਰਬਾਨੀ, ਸ਼ੁਕਰੀਆ, ਧੰਨਵਾਦ।